ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਕਰੇ ਆ ਗੱਲ ਤਾਂ ਸੁਣੀ ਜਰਾ। ਮੈਂ ਵੇਲੀ ਨਹੀਂ। ਕਿਸੇ ਵੇਲੇ ਤੇ ਅੜਬਪਣਾ ਛੱਡ ਦਿਆ ਕਰ, ਹਰ ਵੇਲੇ ਚੜੇ ਘੋੜੇ ਸਵਾਰ ਹੀ ਰਹਿਣੀ ਹੈ। ਹਾਂ ਛੇਤੀ ਦੱਸ, ਮੈਂ ਭਾਂਡੇ ਸਾਫ਼ ਕਰਨੇ ਆ। ਓਏ ਆ ਧਾਤ ਦੇ ਭਾਂਡੇ ਤੇ ਤੂੰ ਸਾਫ਼ ਕਰ ਲੇਂਗੀ, ਆ ਜਿਹੜਾ ਆਪਣਾ ਭਾਂਡਾ ਗੰਦਾ ਹੋਣ ਡਿਆ ਇਹਦੇ ਬਾਰੇ ਕੁਝ ਸੋਚਿਆ ਹੀ? ਕਿਹੜੇ ਭਾਂਡੇ ਦੀ ਗੱਲ ਕਰਦਾ? ਆ ਕਰਨੈਲ ਦੀ, ਮੈਨੂੰ ਲੱਗਦਾ ਸ਼ਰਾਬ ਪੀਣ ਲੱਗ ਪਿਆ ਈ। ਬਸ ਇੰਨੀ ਗੱਲ ਹੀ ਸੀ। ਲੋਕ ਘਰ ਘਰ ਸ਼ਰਾਬਾਂ ਪੀਂਦੇ ਆ, ਜੇ ਨਿਆਣਾ ਘੁੱਟ ਪੀ ਲੈਂਦਾ ਤਾਂ ਕਿਹੜੀ ਆਖਰ ਆ ਗਈ ਹੈ? ਉਹੀ ਰਾਜ ਦਾ ਪਹਾੜ ਬਣਾ ਕੇ ਬਹਿ ਜਾਣਾ। ਸ਼ਾਮ ਕੁਰੇ ਗੱਲ ਨੂੰ ਥੁੱਕਿਆ ਨਾ ਕਰ, ਚਿੱਠਿਆ ਕਰ। ਮੇਰਾ ਮੁੰਡਾ ਇਹ ਕੁਝ ਕਰਦਾ ਚੰਗਾ ਨਹੀਂ ਲੱਗਦਾ। ਮੈਂ 20 ਸਾਲ ਸਰਪੰਚੀ ਕੀਤੀ ਆ ਤੇ ਸਾਰੀ ਉਮਰ ਇਹਨਾਂ ਨਾਮੁਰਾਦ ਨਸ਼ਿਆਂ ਦੇ ਖਿਲਾਫ ਮੈਂ ਪ੍ਰਚਾਰ ਕਰਦਾ ਰਿਹਾ। ਇਲਾਕੇ 'ਚ ਨਾਂ ਆ ਮੇਰਾ। ਨਾ ਹੀ ਹੈ ਨਾ, ਨਾਵਾਂ ਤਾਂ ਪੱਲੇ ਹੈ ਕੋਈ ਨਹੀਂ। ਲੋਕ ਸਰਪੰਚੀ ਕਰਦੇ ਤੇ ਦਿਨਾਂ 'ਚ ਮਹਿਲ ਖੜੇ ਕਰ ਦਿੰਦੇ ਆ। ਤੂੰ 20 ਸਾਲ ਸਰਪੰਚੀ ਕੀਤੀ ਆ, ਘਰ 'ਚ ਐਕਟ ਨਹੀਂ ਲਵਾ ਸਕਿਆ। ਤੇਰੀ ਇਸੇ ਸ਼ਹਿ ਨੇ ਉਹਦਾ ਬੇੜਾ ਗਰਕ ਕੀਤਾ ਹੀ। ਪਹਿਲਾਂ ਦਾੜੀ ਕੱਟਣ ਲੱਗ ਪਿਆ, ਹੁਣ ਕੇਸ ਕਤਲ ਕਰ ਦਿੱਤੇ, ਆ ਹੁਣ ਸ਼ਰਾਬ ਵੀ ਪੀਣ ਲੱਗ ਪਿਆ ਈ। ਹੋ ਗਿਆ ਜੱਗ ਜ਼ਾਰ। ਤੇਰੀ ਇਹ ਮਜਾਨ ਹੋਏ ਉਹ ਮੇਰੇ ਘਰ ਦੇ ਵਿੱਚ ਸ਼ਰਾਬ ਪੀ ਕੇ ਬੱਚਾ ਕਹਿੰਦੇ ਮੈਂ ਕਿ ਨਾ ਅਗਲਾ ਤੇਰੀਆਂ ਹੱਡੀਆਂ ਤੋੜ ਦੇਣੀਆਂ ਨੇ। ਰਾਜਾ ਤੈਨੂੰ ਬੰਦੇ ਦਾ ਪੁੱਤ ਬਣਾ ਮਾਰ ਮੇਰੇ, ਮੈਂ ਤੈਨੂੰ ਛੱਡਣਾ ਹੀ ਨਹੀਂ। ਉਹ ਤੇਰਾ ਵਿਗੜਿਆ ਏ, ਸਾਰੇ ਘਰ ਦਾ ਮਾਹੌਲ ਤੂੰ ਖਰਾਬ ਕੀਤਾ ਨਾਲੇ ਲਾ ਕੇ। ਆਪ ਹਾਨੀ ਪੁੱਤ ਤੇ ਹੱਥ ਚੁੱਕੇਗਾ। ਇਹਦੇ ਮੈਂ ਜੁੱਤੀਆਂ ਮਾਰ ਇਹਨੂੰ ਆ ਬੰਦੇ ਦਾ ਪੁੱਤ ਬਣਾਉਣਾ। ਹੁਣ ਮੈਨੂੰ ਸਾਰੇ ਪਿੰਡ ਦੇ ਵਿੱਚ ਬੜੀ ਮੇਰੀ ਮਿੱਟੀ ਕਰਕੇ ਰੱਖਤੀ ਐ ਨੇ। ਜਾ ਕੁੜੀਏ ਲੈ ਜਾ ਨੂੰ ਅੰਦਰ। ਮੈਂ ਬਣਾਉਣਾ ਅੱਜ ਬੰਦਾ, ਇਹ ਗੰਦ ਪਾਇਆ ਕਈ ਦਿਨ ਹੋ ਗਏ। ਲੈ ਜਾ ਕੁੜੀਏ ਨੂੰ ਅੰਦਰ। ਮਾਰ ਬੁੜਿਆ, ਉਹ ਮਾਰ ਮੇਰੇ ਡਾਂਗ। ਦੱਸਾਂ ਤੈਨੂੰ ਡਾਂਗ ਮਾਰਨ ਦਾ ਸਵਾਦ। ਉਹ ਸ਼ਰਮ ਕਰ ਸ਼ਰਮ। ਉਹਨੂੰ ਤਾਂ ਹੋਸ਼ ਨਹੀਂ, ਤੂੰ ਹੀ ਸ਼ਰਮ ਕਰ ਲੈ। ਤੂੰ ਇਹਦਾ ਵੀ ਬੇੜਾ ਗਰਕ ਕਰ ਦਿੱਤਾ ਤੇ ਮੇਰੇ ਵੀ ਧੌੜੇ ਰੋਲ ਦਿੱਤੇ ਨੇ। ਮੈਂ ਪਰੇ 'ਚ ਕਿਹੜਾ ਮੂੰਹ ਲੈ ਕੇ ਬੈਠਣਾ? ਨਾ ਤੇਥੋਂ ਬਿਨਾ ਪਰੇ ਨਹੀਂ ਲੱਗਦੀ, ਨਾ ਬੈਠੀ ਪਰੇ 'ਚ। ਤੁਸਾਂ ਮਾਂ ਪੁੱਤਾਂ ਨੇ ਕੱਖ ਨਹੀਂ ਛੱਡਿਆ ਮੇਰੇ ਪੱਲੇ। ਨਾ ਤੇਰੇ ਪੱਲੇ ਹੈ ਕੀ? ਤੇਰੇ ਪੱਲੇ ਤਾਂ ਅਕਲ ਵੀ ਨਹੀਂ। ਅਖੇ ਮੈਂ 20 ਸਾਲ ਸਰਪੰਚੀ ਕੀਤੀ ਆ, ਜੇ ਨਿਆਣਾ ਘੁੱਟ ਪੀ ਆਇਆ ਤਾਂ ਐਡੀ ਕਿਹੜੀ ਆਖਰ ਆ ਗਈ ਹੈ? ਡਾਂਗ ਚੁੱਕ ਲਿਆ ਉਹਦੇ ਤੇ। ਡਾਂਗ ਮਾਰ ਕੇ ਤਾਂ ਵੇਖੇ ਮੈਨੂੰ। ਮੈਂ ਹੁਣੇ ਗੱਲ ਕਰਨੀ ਹੈ। ਕੀ ਗੱਲ ਕਰਨੀ ਹੈ ਤੁਸੀਂ? ਇੱਕ ਤਾਂ ਤੁਸੀਂ ਸ਼ਰਾਬ ਪੀ ਕੇ ਆਏ ਹੋ, ਉੱਤੋਂ ਗਲੀਆਂ 'ਚ ਖਰੂਦ ਕਰਦੇ ਪਏ ਹੋ। ਬਾਪੂ ਜੀ ਦਾ ਸਤਿਕਾਰ ਕਰਨ ਦੀ ਬਜਾਏ ਤੁਸੀਂ ਉਹਨਾਂ ਨਾਲ ਬਦਸਲੂਕੀ ਕਰਦੇ ਪਏ ਹੋ। ਤੂੰ ਲੈਣਾ ਕੀ ਚਾਹੁੰਦੀ ਹੈ? ਹੋਸ਼ ਨੂੰ ਹੱਥ ਮਾਰੋ। ਪਿੰਡ ਦੇ ਲੋਕ ਉਹਨਾਂ ਨੂੰ ਬਾਪੂ ਜੀ ਕਹਿੰਦੇ ਨਹੀਂ ਥੱਕਦੇ, ਤੇ ਤੁਸੀਂ ਮੈਂ ਉਹਨੂੰ ਕੀ ਗੋਲੀ ਮਾਰਤੀ ਆ? ਪੁੱਤਰ ਪਿਓ ਲਈ ਇਹੋ ਜਿਹੀ ਸ਼ਬਦਾਵਲੀ ਵਰਤੇ, ਇਹ ਨੇਕ ਔਲਾਦ ਦੀ ਨਿਸ਼ਾਨੀ ਨਹੀਂ। ਬਹੁਤ ਬਕਵਾਸ ਕੀਤੀ ਨਾ ਤਾਂ ਜੁੱਤੀ ਵੇਖ ਲਾ। ਸਿਰ ਮਾਰ ਕੇ ਸਿਰ ਪੁੱਠੇ ਬਾਟੀ ਵਰਗਾ ਕਰ ਦੂੰ। ਬਸ ਆਹੀ ਕੋਜਾ ਤੁਹਾਡੇ ਪੱਲੇ। ਤੇਰੇ ਪੱਲੇ ਕੀ ਆ? ਮੁੰਡਾ ਤਾਂ ਇੱਕ ਜੰਮ ਨਹੀਂ ਸਕੀ। ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲਾ। ਜੇ ਐਕਟੀ ਵੀ ਕੁੜੀ ਜੰਮੀ ਨਾ ਤਾਂ ਗੁੱਟੋ ਫੜ ਕੇ ਬਾਹਰ ਕੱਢ ਦੇਗਾ।
ਉਹ ਕੁੜੀਆਂ ਤਾਂ ਸਿਰ ਨਵਾ ਦਿੰਦੀਆਂ ਕਹਿੰਦੇ ਕਹਾਉਂਦੇ ਦਾ। ਮੈਨੂੰ ਪੁੱਤ ਚਾਹੀਦਾ, ਪੁੱਤ ਜਿਹੜਾ ਮੇਰਾ ਮਾਣ ਵਧਾਵੇ। ਜਿੰਨਾ ਕੁ ਮਾਣ ਤੁਸੀਂ ਬਾਪੂ ਜੀ ਦਾ ਵਧਾ ਰਹੇ ਹੋ, ਕੀ ਬਕਵਾਸ ਕੀਤੀ ਊ? ਇਹ ਤੁਹਾਡਾ ਭੁਲੇਖਾ ਹੈ। ਕੁੜੀਆਂ ਮਾਪਿਓ ਦਾ ਮਾਣ ਮੁੰਡਿਆਂ ਤੋਂ ਕਿਤੇ ਜ਼ਿਆਦਾ ਵਧਾਉਂਦੀਆਂ ਨੇ। ਮਤਲਬ ਤੇਰਾ ਇਰਾਦਾ ਫੇਰ ਕੁੜੀ ਜੰਮਣ ਦਾ? ਇਹ ਕਿਸੇ ਦੇ ਵੱਸ 'ਚ ਨਹੀਂ ਹੁੰਦਾ, ਇਹ ਤਾਂ ਉਸ ਮਾਲਕ ਦੇ ਹੱਥ ਹੈ। ਪਰ ਘਰ ਰੱਖਣਾ ਜਾਂ ਨਾ ਰੱਖਣਾ ਇਹ ਖਸਮ ਦੇ ਹੱਥ 'ਚ ਹੁੰਦਾ। ਤੇ ਕੀ ਵੀ ਕੁੜੀ ਜੰਮੀ ਨਾ ਤਾਂ ਸਮਝ ਲਾ, ਸਮਝ ਲਾ। ਕਰਨੈਲ ਉੱਠ ਪੁੱਤ, ਆ ਕੇ ਚਾਹ ਪੀ ਲਾ। ਪ੍ਰੀਤੋ ਕਿੱਥੇ ਗਈ ਆ? ਭਗਤਣੀ ਗੁਰਦੁਆਰੇ ਗਈ ਆ। ਤੇ ਬੁੜਾ? ਬੁੜਾ ਖੇਤਾਂ ਨੂੰ ਤੋਰਿਆ ਮਸਾਂ, ਰਾਤ ਦਾ ਵਿਟਰਿਆ ਬੈਠਾ ਸੀ। ਐਵੇਂ ਭੁੜਕ ਡੰਡਿਓਂ ਪਾਰ ਹੁੰਦਾ। ਕਰਨੈਲ, ਆਪਾਂ ਪ੍ਰੀਤੋ ਦਾ ਟੈਸਟ ਨਾ ਕਰਵਾ ਲਈਏ? ਜੇ ਕੁੜੀ ਹੋਈ ਤਾਂ ਹੁਣੇ ਯੱਬ ਮੁਕਾ ਦਿਆਂਗੇ, ਜੇ ਮੁੰਡਾ ਹੋਇਆ ਤਾਂ ਬੱਲੇ ਬੱਲੇ ਮੇਰੇ ਪੁੱਤ ਦੀ ਜੜ ਲੱਗ ਜੂ। ਗੱਲ ਤਾਂ ਤੇਰੀ ਠੀਕ ਆ ਬੀਬੀ, ਅੱਗੇ ਵੀ ਤਾਂ 2 ਕੁੜੀਆਂ ਹੀ ਜੰਮੀਆਂ ਇਹਨੇ। ਬੇ ਪੁੱਤ, ਉਹ ਤਾਂ ਤੇਰੀ ਚੰਗੀ ਕਿਸਮਤ, ਜੰਮਦੀਆਂ ਹੀ ਮਰ ਗਈਆਂ। ਮਰ ਗਈਆਂ ਕਿ ਮਾਰ ਦਿੱਤੀਆਂ? ਵੇ ਤੂੰ ਕੀ ਲੈਣਾ ਇਸ ਗੱਲ ਤੋਂ? ਤੂੰ ਸ਼ੁਕਰ ਕਰ ਤੇਰੇ ਗਲ ਫਾਹਾ ਨਹੀਂ ਪਿਆ। ਤੂੰ ਅੱਜ ਹੀ ਲੈ ਜਾ ਇਹਨੂੰ ਡਾਕਟਰ ਕੋਲ। ਹੁਣ ਹਸਪਤਾਲਾਂ ਵਾਲੇ ਆ ਟੈਸਟ ਨਹੀਂ ਕਰਦੇ ਬੀਬੀ। ਹਸਪਤਾਲਾਂ ਦੇ ਬਾਹਰ ਏਡੇ ਏਡੇ ਬੋਰਡ ਲਾਏ ਆ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ। ਬੇ ਪੁੱਤ, ਉਹ ਬੋਰਡ ਤਾਂ ਸਿਰਫ ਲੋਕ ਵਿਖਾਵਾ ਹੀ ਆ, ਅੰਦਰ ਖਾਤੇ ਸਭ ਕੁਝ ਹੁੰਦਾ, ਬਸ ਪੈਸਾ ਚਾਹੀਦਾ। ਮੈਂ ਕੰਸੋ ਦਾਈ ਨਾਲ ਕਰਦੀ ਆ ਗੱਲ, ਉਹ ਕਰਵਾਉਂਦੀ ਰਹਿੰਦੀ ਆ ਇਹੋ ਜਿਹੇ ਟੈਸਟ। ਉਹਦੇ ਹੱਥ ਰਲਿਆ ਕਿਸੇ ਹਸਪਤਾਲ ਦੀ ਡਾਕਟਰ ਨਾਲ। ਚੱਲ ਠੀਕ ਆ ਬੀਬੀ, ਤੂੰ ਗੱਲ ਕਰ ਕੰਸੋ ਦਾਈ ਨਾਲ, ਅੱਜ ਹੀ ਚੱਲਦੇ ਆ। ਆਪਾਂ ਇੱਥੇ ਕਾਹਦਾ ਟੈਸਟ ਕਰਾਉਣਾ ਹੈ? ਡਾਕਟਰ ਕਹਿੰਦਾ ਵੀ ਇਹ ਟੈਸਟ ਕਰਾਉਂਦੇ ਰਹਿਣਾ ਚਾਹੀਦਾ, ਬੱਚੇ ਦੀ ਤੰਦਰੁਸਤੀ ਦਾ, ਬੱਚੇ ਦੀ ਸਿਹਤ ਦਾ ਪਤਾ ਲੱਗਦਾ ਰਹਿੰਦਾ। ਕਿਤੇ ਕੋਈ ਦੂਸਰਾ ਟੈਸਟ ਤੇ ਨਹੀਂ? ਨਹੀਂ, ਤੈਨੂੰ ਮੇਰੇ ਤੇ ਯਕੀਨ ਨਹੀਂ? ਰਾਤੀ ਤੁਸੀਂ ਕਹਿੰਦੇ ਸੀ ਨਾ। ਉਹ ਤਾਂ ਰਾਤੀ ਜ਼ਿਆਦੀ ਹੋ ਗਈ ਸੀ, ਪਤਾ ਨਹੀਂ ਕੀ ਉਲਝ-ਉਲਝ ਬਕਦਾ ਰਿਹਾ। ਤੁਸੀਂ ਸ਼ਰਾਬ ਪੀਣੀ ਛੱਡ ਕਿਉਂ ਨਹੀਂ ਦਿੰਦੇ? ਬਾਪੂ ਜੀ ਨੂੰ ਬਹੁਤ ਦੁੱਖ ਹੁੰਦਾ। ਤੈਨੂੰ ਦੁੱਖ ਨਹੀਂ ਹੁੰਦਾ? ਮੇਰੇ ਦੁੱਖ ਦੀ ਪਰਵਾਹ ਹੈ ਤੁਹਾਨੂੰ? ਹਰਪ੍ਰੀਤ, ਮੈਂ ਫੈਸਲਾ ਕਰ ਲਿਆ। ਸ਼ਰਾਬ ਛੱਡਣ ਦਾ? ਨਹੀਂ, ਥੋੜੀ ਪੀਆ ਕਰਨੀ ਆ। ਓਹੋ, ਤੁਹਾਡੀ ਤੇ ਉਹ ਗੱਲ ਹੋਈ, ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ। ਬੀਬੀ, ਕੀ ਰਿਪੋਰਟ ਲਿਆਈ ਆ ਕੰਸੋ? ਪੁੱਤੇ ਨਹੀਂ ਘਰ ਰੱਖਣ ਵਾਲੀ, ਇਹ ਤਾਂ ਲੈਣਾ ਲਾ ਦੂ ਘਰ ਚ ਕੁੜੀਆਂ ਦੀਆਂ। ਮਤਲਬ ਫੇਰ ਕੁੜੀ? ਕੁੜੀ ਨਹੀਂ, ਕੁੜੀਆਂ 2 ਆ, ਜੋੜੀਆਂ। 2 ਜੋੜੀਆਂ? ਅੱਜ ਕੱਲ ਇੱਕ ਕੁੜੀ ਵਿਆਹਣੀ ਮਾਣਨੀ, ਲੋਕਾਂ ਏਡੇ ਏਡੇ ਮੂੰਹ ਵੱਡੇ ਆ। ਘਰ ਦੀ ਜੋ ਛੱਲੀ ਕੁੜੀ ਹੁੰਦੀ ਆ ਵਿਆਹ ਤੇ ਵਿਕ ਜਾਂਦੀ ਆ। ਮੈਂ ਨਹੀਂ ਇਹ ਜੰਮਣ ਦੇਣੀਆਂ। ਪੁੱਤ, ਆ ਲੋ ਮਾਂ ਜੀ ਪ੍ਰਸ਼ਾਦ, ਆ ਲੋ ਤੁਸੀਂ ਵੀ। ਗਾ ਸੁਣ, ਰਿਪੋਰਟ 'ਚ 2 ਕੁੜੀਆਂ ਆਈਆਂ ਜੋੜੀਆਂ, ਮੈਨੂੰ ਨਹੀਂ ਇਹ ਚਾਹੀਦੀਆਂ।
ਮੇਰੇ ਨਾਲ ਧੋਖਾ ਤੇ ਤੁਸੀਂ ਉਸ ਦਿਨ ਇਹ ਟੈਸਟ ਕਰਵਾਇਆ ਸੀ? ਹਾਂ, ਇਹੀ ਟੈਸਟ ਸੀ। ਮੈਨੂੰ ਤੇਰੀ ਔਕਾਤ ਦਾ ਪਤਾ ਸੀ। ਦਰਸ਼ਨ ਕਰਵਾ ਕੇ ਇਹਨਾਂ ਦੀ ਕਹਾਣੀ ਇੱਥੇ ਹੀ ਖਤਮ ਕਰ ਦੇ। ਇਹ ਗੱਲ ਅੱਜ ਮੈਨੂੰ ਆਖ ਦਿੱਤੀ ਜੇ, ਦੁਬਾਰਾ ਨਾ ਆਖਿਓ। ਮੇਰੇ ਲਈ ਪੁੱਤ ਹੋਣ ਜਾਂ ਧੀਆਂ ਇੱਕ ਬਰਾਬਰ ਨੇ। ਤਾਂ ਹੀ ਤੂੰ ਕੁੜੀਆਂ ਜੰਮਣ ਤੇ ਲੱਕ ਬੱਧਾ ਏ। ਵੇਖੋ ਮਾਂ ਜੀ, ਇਹ ਮੇਰੇ ਵਾਸ ਚ ਨਹੀਂ ਹੈ, ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਤੇ ਮੇਰੇ ਸਿਰ ਮੱਥੇ ਹੈ। ਉਹ ਤੇਰੇ ਸਿਰ ਮੱਥੇ ਹੋਊ, ਉਹ ਮੇਰੇ ਤਾਂ ਮੱਥਿਓਂ ਦੁਖਦੀਆਂ ਨੇ। ਸਾਨੂੰ ਨਹੀਂ ਇਹ ਚਾਹੀਦੀਆਂ, ਅਸੀਂ ਤਾਂ ਦਰਸ਼ਨ ਕਰਾਉਣਾ ਹੀ ਕਰਾਉਣਾ। ਤੇ ਮੈਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਣਾ। ਮਾਂ ਜੀ, ਇੱਕ ਔਰਤ ਹੋ ਕੇ ਔਰਤ ਜ਼ਾਤ ਨਾਲ ਦੁਸ਼ਮਣੀ ਕਮਾਉਂਦੇ ਹੋ। ਬਹੁਤਾ ਲੈਕਚਰ ਦੇਣ ਦੀ ਲੋੜ ਨਹੀਂ, ਜੋ ਅਸੀਂ ਕਹਿ ਰਹੇ ਹਾਂ ਉਹ ਕਰ। ਮੈਂ ਇਹਦਾ ਜਵਾਬ ਦੇ ਚੁੱਕੀ ਹਾਂ। ਮੈਂ ਕਿਸੇ ਕੀਮਤ ਤੇ ਨਹੀਂ ਹੋਣ ਦਿਆਂਗੀ। ਸੋ ਕਿਉਂ ਮੰਦਾ ਆਖੀਏ, ਜਿਤ ਜੰਮੈ
ਹੁਣ ਕਰ ਗੱਲ ਤੂੰ ਦਰਸ਼ਨ ਕਰਵਾਉਣਾ ਕਿ ਨਹੀਂ ਕਰਵਾਉਣਾ? ਨਹੀਂ ਬਿਲਕੁਲ ਵੀ ਨਹੀਂ। ਨਹੀਂ ਨਹੀਂ ਕਰਵਾਉਣਾ। ਬਸ ਤੇਰਾ ਤਾਂ ਮੈਂ ਟੈਂਕਾ ਹੁਣੇ ਹੀ ਖਤਮ ਕਰ ਦੇਣਾ। रहेंगे बच गए। तो कितने जाएंगे बच्चे? इन्हें जीना हराम कितना होया? ਬਚਾਓ ਮੈਨੂੰ ਬਾਪੂ ਜੀ ਬਚਾਓ। तो छटना नहीं आजा। ਕਹਿੰਦਾ ਮਾਰੇ ਦੇ ਤੈਨੂੰ ਜਵਾਬ ਮੈਨੂੰ। ਬੰਦਾ ਬਣਾ ਤੇਰਾ ਬੇੜਾ ਤਾਜਿਆ ਕਿਉਂ ਮਾਰਿਆ ਕਿਉਂ ਮਾਰਦਾ ਬੰਦਾ ਪਾਣ ਤਾੜ ਦੇ ਬੰਦਾ ਤਾੜਿਆ ਬੰਦਾ ਚੱਲ ਬਾਪੂ ਜੀ ਬਚਾ ਲਓ ਮੈਨੂੰ ਬਾਪੂ ਜੀ। ਓ ਜ਼ਾਲਮੋ ਓ ਨਾ ਮਾਰੋ ਕੁੜੀ ਨੂੰ। ਓ ਇਹਨੇ ਕੀ ਵਿਗਾੜਿਆ ਤੁਹਾਡਾ? छोड़ना है तेरा बापू नहीं करते तेनू। ਜਾਵੇ ਕਹਿਲਿਆ ਲਿਆ ਪੈਟਰੋਲ ਜਿਹੜਾ ਲਿਆ ਕੇ ਰੱਖਿਆ ले लेके ना। ਵੱਡੀਏ ਸਿਆਪਾ ਇਹਦਾ। ਓ ਜ਼ਾਲਮੋ ਓਏ ਜ਼ੁਲਮ ਨਾ ਕਰਿਓ। ਓਏ ਨਹੀਂ ਬਖਸ਼ੇ ਜਾਓਗੇ। ਓਏ ਤੁਹਾਡਾ ਬੇੜਾ ਤਰਜੇ। ਨਾ ਮਾਰੋ ਕੁੜੀ ਨੂੰ। ਆ ਜਾ ਕਰ ਛੇਤੀ ਆ ਜਾ। ਵੇਂਦਾ ਕੀਆਂ ਲਾ ਦੇ ਤੀਲੀ ਵੇਖੀ ਜਾਊ ਨਾ ਵੇਖ ਲੈਣਾ ਲਾ ਹੁਣ ਤਿੱਲੀ ਲਾ। ਨਾ ਕਹਿ ਲੈਣਾ ਹਲੇ ਨਾ ਲਈ ਨਾ ਨਾ ਨਾ। ਜੇ ਟੱਕਰ ਗਈ ਨਾ ਟੱਕਰੇ ਕਰ ਦੇਣੇ ਆ ਵੇਖੀ ਜਾਊ ਜੋ ਹੋਊ। ਇਹਦਾ ਕਿਹੜਾ ਕੋਈ ਹੈਗਾ ਜਾਣਦਿਆਂ ਦਾ ਜਿਹੜਾ ਕੇਸ ਦੀ ਪੈਰਵਾਈ ਕਰੂ। ਚਲਾ
ਪੁੱਤ ਤੂੰ ਇਸ ਵੇਲੇ ਗੁਰੂ ਘਰ ਹੈ। ਗੁਰੂ ਮਹਾਰਾਜ ਤੇਰਾ ਦੁੱਖ ਦੂਰ ਕਰਨਗੇ। ਤੂੰ ਆਪਣਾ ਦੁੱਖ ਦੱਸ। ਬਾਕੀ ਪੁੱਤਰ, ਜੇ ਤੂੰ ਆਪਣੇ ਪਤੀ ਦੇ ਘਰ ਹੀ ਰਹਿਣਾ ਚਾਹੁੰਦੇ ਆ ਨਾ, ਤਾਂ ਮੈਂ ਤੇਰੇ ਪਿਓ ਦੇ ਨਾਤੇ ਪੰਚਾਇਤ ਲੈ ਕੇ ਚੱਲਦਾ ਤੇਰੇ ਨਾਲ। ਨਹੀਂ ਬਾਪੂ ਜੀ, ਮੈਂ ਹੁਣ ਉਸ ਘਰ 'ਚ ਨਹੀਂ ਜਾਣਾ। ਉੱਥੇ ਨਾ ਤਾਂ ਮੈਂ ਸੁਰੱਖਿਅਤ ਆ ਤੇ ਨਾ ਹੀ ਮੇਰੀਆਂ ਬੱਚੀਆਂ। ਹੁਣ ਇਹ ਬੱਚੀਆਂ ਹੀ ਮੇਰੀ ਜ਼ਿੰਦਗੀ ਦਾ ਮਕਸਦ ਨੇ। ਠੀਕ ਹੈ ਪੁੱਤਰ, ਤੂੰ ਨਿਸ਼ਚਿੰਤ ਹੋ ਜਾ। ਆਪਾਂ ਦੱਸਾਂਗੇ ਦੁਨੀਆ ਨੂੰ ਕਿ ਜੇਕਰ ਧੀਆਂ ਦੀ ਪਰਵਰਿਸ਼ ਪੁੱਤਰਾਂ ਵਾਂਗ ਕੀਤੀ ਜਾਵੇ ਤਾਂ ਧੀਆਂ ਪੁੱਤਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੀਆਂ, ਬਲਕਿ ਵੱਧ ਹੁੰਦੀਆਂ ਨੇ। ਭੈਣ ਜੀ, ਸਿਆਣੇ ਠੀਕ ਹੀ ਕਹਿੰਦੇ ਨੇ, ਆਪ ਨੰਗ ਬਾਪ ਨੰਗ, ਤੀਜੇ ਨੰਗ ਨਾਨਕੇ। ਨੰਗਾ ਦੀ ਧੀ ਵਿਆਹ ਕੇ ਮੈਂ ਤਾਂ ਆਪ ਨੰਗ ਹੋ ਗਈਆਂ, ਕੱਖ ਨਹੀਂ ਪੱਲੇ ਰਿਹਾ ਮੇਰੇ। ਹੌਸਲਾ ਰੱਖ ਸ਼ਾਮੋ, ਹੌਸਲਾ ਰੱਖ। ਖਾਨਦਾਨ ਤਾਂ ਖਾਨਦਾਨ ਹੀ ਹੁੰਦੇ ਭੈਣ ਜੀ, 100 ਲੱਜ ਸ਼ਰਮ ਹੁੰਦੀ ਆ ਜਾਂਦਿਆਂ ਦੀ। ਭਾਰੇ ਹੱਕੇ ਭੁੱਖੇ ਦੀ ਧੀ ਰੱਜੀ ਖੇਡ ਆਉਣ ਲੱਗੀ। ਮੈਂ ਐਡੇ ਨਾਟੂ ਖਾਣਾ ਦਿੱਤੀ, ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਸ਼ਾਮੋ, ਤੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਗਈ ਆ। ਭੈਣੇ, ਮੇਰਾ ਮੁੰਡਾ ਤਾਂ ਬਾਲਾ ਭੋਲਾ, ਮੈਨੂੰ ਸ਼ੱਕ ਸੀ। ਮੈਂ ਉਹਨੂੰ ਕਿਹਾ ਵੀ ਇਹਨੇ ਨਹੀਂ ਵਸਣਾ, ਪਰ ਮੰਨਿਆ ਹੀ ਨਹੀਂ। ਇਹਨੇ ਛਾਲੇ ਤਾਲੇ ਕਰਕੇ ਹੱਥੀਂ ਜੋ ਚੜਾਇਆ ਸੀ ਮੁੰਡੇ ਨੂੰ। ਸ਼ਾਮੋ, ਜੇ ਤੈਨੂੰ ਸ਼ੱਕ ਸੀ ਤੇ ਤੂੰ ਉਹਦੇ ਤੇ ਨਜ਼ਰ ਰੱਖਦੀ। ਸ਼ੱਕ ਨਹੀਂ, ਮੈਨੂੰ ਤਾਂ ਯਕੀਨ ਸੀ ਵੀ ਕਿਸੇ ਦਿਨ ਸਾਡੇ ਮੂੰਹ ਤੇ ਕਾਲਖ ਪਹੁੰਚ ਗਈ, ਨਿਕਲ ਗਈ ਕਿਸੇ ਨਾਲ। ਵੇਖ ਸ਼ਾਮੋ, ਜਿੰਨਾ ਚਿਰ ਸੱਚਾਈ ਦਾ ਪਤਾ ਨਾ ਲੱਗ ਜਾਏ, ਗੱਲ ਮੂੰਹੋਂ ਨਹੀਂ ਕੱਢੀ ਦੀ। ਆਪਣੀ ਬੇਇੱਜ਼ਤੀ ਹੁੰਦੀ ਆ। ਨਾਲੇ ਕੱਲ ਰਾਤੀ ਤੁਹਾਡੇ ਘਰ ਰੌਲਾ ਕਾਹਦਾ ਪੈਂਦਾ ਸੀ? ਮੈਨੂੰ ਤਾਂ ਲੱਗਦਾ ਗੁੱਸੇ ਰਾਜੀ ਹੋ ਕੇ ਪੇਕੇ ਚਲ ਗਈ ਹੋਣੀ ਆ। ਜਾਣਾ ਉਹਨੇ ਕਿਹੜੇ ਟੱਠੇ ਖੂਹ ਚ, ਪੇਕਿਆਂ ਚ ਉਹਦਾ ਹੈ ਕੋਈ ਨਹੀਂ। ਇੱਕ ਬੁੱਢੀ ਮਾਂ ਸੀ, ਉਹ ਮਰ ਗਈ। ਭੈਣ ਜੀ, ਕਿਸੇ ਰਿਸ਼ਤੇਦਾਰ ਦੇ ਨਾਲ ਚਲੀ ਗਈ ਹੋਵੇ। ਜਿੱਥੇ ਮਰਜ਼ੀ ਜਾਵੇ, ਉਹਨੇ ਇੱਕ ਵਾਰ ਘਰੋਂ ਪੈਰ ਕੱਢ ਲਿਆ ਨਾ, ਹੁਣ ਆ ਵੀ ਗਈ ਤੇ ਮੈਂ ਨਾ ਰੱਖੀ। ਮੈਂ ਪੁੱਤ ਦੁਬਾਰਾ ਵਿਆਹ ਲੂੰ, ਉਹਨੂੰ ਨਾ ਵਸਾਉਂ। ਜਿਨ੍ਹਾਂ ਦੀ ਮੈਂ ਧੀ ਆ ਨਾ, ਉਹਨਾਂ ਦਾ ਕੋਈ ਪਰਛਾਵਾਂ ਨਹੀਂ ਸੀ ਲੰਘ ਸਕਦਾ। ਮੇਰਾ ਨਾਂ ਸ਼ਾਮੋ ਆ, ਸ਼ਾਮੋ। ਮੇਰਾ ਫੈਸਲਾ ਪੱਥਰ ਤੇ ਲਿਖਿਆ। ਠੀਕ ਹੈ ਜੀ, ਹੁਣ ਜੋ ਪੰਚਾਇਤ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ। ਫੈਸਲਾ ਉਹ ਹੋਣਾ ਜੋ ਮੈਨੂੰ ਮਨਜ਼ੂਰ ਹੈ। ਤੂੰ ਤਾਂ ਕਿਸੇ ਗੱਲ 'ਚ ਨਹੀਂ ਹੈਗਾ। ਕਿਸੇ ਵੇਲੇ ਤੇ ਜ਼ਬਾਨ ਮੂੰਹ 'ਚ ਪਾ ਲਿਆ ਕਰ, ਸ਼ਾਮ ਕਰੇ। ਆਪਣੀ ਤੇਰੀ ਹੈ ਨਹੀਂ, ਕਿਸੇ ਦੀ ਤੂੰ ਚੱਲਣ ਨਹੀਂ ਦੇਣੀ। ਸਰਪੰਚ ਸਾਹਿਬ, ਤੁਸੀਂ ਵੇਖ ਹੀ ਰਹੇ ਹੋ ਜੋ ਇਹਨਾਂ ਮਾਂ ਪੁੱਤਾਂ ਨੇ ਮੇਰੀ ਧੀ ਨਾਲ ਕੀਤਾ। ਤੂੰ ਕਿਧਰੋਂ ਇਹਦਾ ਨਵਾਂ ਪਿਓ ਜੰਮ ਪਿਆ? ਬੀਬੀ, ਥੋੜੀ ਦੇਰ ਲਈ ਚੁੱਪ ਕਰ ਜਾ। ਹਾਂ ਬੀਬਾ, ਤੇਰਾ ਕੀ ਫੈਸਲਾ ਹੈ? ਸਰਪੰਚ ਸਾਹਿਬ, ਜੋ ਮੇਰੇ ਨਾਲ ਹੋਇਆ ਹੈ, ਮੈਂ ਹੁਣ ਉਸ ਘਰ ਨਹੀਂ ਜਾਣਾ। ਤੂੰ ਜਾਣਾ ਵੀ ਚਾਹੇ
ਅਸੀਂ ਤੈਨੂੰ ਲੈ ਕੇ ਨਹੀਂ ਜਾਣਾ। ਸਾਰੇ ਹਾਲਾਤ ਵੇਖਣ ਤੋਂ ਬਾਅਦ ਪੰਚਾਇਤ ਇਹ ਸਿੱਟੇ ਤੇ ਪਹੁੰਚੀ ਹੈ ਕਿ ਤੁਹਾਡਾ ਹੁਣ ਨਿਭਾ ਨਹੀਂ ਹੋ ਸਕਦਾ। ਇਸ ਕਰਕੇ ਜੋ ਲੈਣ ਦੇਣ ਕਰਨਾ ਕਰ ਲਓ ਤੇ ਲਿਖ ਲਿਖਾ ਕਰ ਲਓ। ਸਰਪੰਚ ਸਾਹਿਬ, ਅਸੀਂ ਕੋਈ ਲੈਣ ਦੇਣ ਨਹੀਂ ਕਰਨਾ, ਤੁਸੀਂ ਲਿਖ ਲਿਖਾ ਕਰਵਾ ਦਿਓ। ਇਹ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਚਲੋ ਮੁਕਾਓ ਗੱਲ, ਕਰੋ ਲਿਖ ਲਿਖਾ। ਸਾਧ ਸੰਗਤ ਜੀਓ, ਸੰਤ ਬਾਬਾ ਸੇਵਾ ਸਿੰਘ ਜੀ ਆਪਣੀ ਪੁਸਤਕ ਸਾਨੂੰ ਨਾ ਮਾਰੋ ਵਿੱਚ ਲਿਖਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਤ ਸਿੱਖ ਰਾਏ ਬੁਲਾਰ ਆਪਣੀ ਸਾਰੀ ਜ਼ਿੰਦਗੀ ਵਿੱਚ ਸਿਰਫ 2 ਵਾਰ ਰੋਏ ਨੇ। ਪਹਿਲੀ ਵਾਰ ਜਦ ਗੁਰੂ ਨਾਨਕ ਦੇਵ ਜੀ ਨੇ ਰਾਏ ਭੋਏ ਦੀ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਲੋਧੀ ਵੱਲ ਚਾਲੇ ਪਾਏ, ਤੇ ਦੂਜੀ ਵਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਮਾਤਾ ਸੁਲੱਖਣੀ ਨਾਲ ਹੋਈ। ਦੱਸਦੇ ਨੇ ਕਿ ਰਾਏ ਬੁਲਾਰ ਜਦ ਰੋ ਰਹੇ ਸਨ ਤਾਂ ਕੁੜਮਾਈ ਦੀ ਖਬਰ ਦੇਣ ਵਾਲੇ ਨੇ ਪੁੱਛ ਹੀ ਲਿਆ ਕਿ ਰਾਏ ਸਾਹਿਬ, ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਅਨੰਤ ਸਿੱਖ ਹੋ, ਤੁਹਾਨੂੰ ਤਾਂ ਉਹਨਾਂ ਦੀ ਕੁੜਮਾਈ ਦੀ ਖਬਰ ਸੁਣ ਕੇ ਖੁਸ਼ ਹੋਣਾ ਚਾਹੀਦਾ ਸੀ, ਤੁਸੀਂ ਰੋ ਰਹੇ ਹੋ। ਤਾਂ ਰਾਏ ਬੁਲਾਰ ਨੇ ਫਰਮਾਇਆ, ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਹੋਈ ਏ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਏ, ਪਰ ਮੈਂ ਰੋ ਇਸ ਕਰਕੇ ਰਿਹਾ ਕਿ ਮਾਲਿਕ ਨੇ ਮੈਨੂੰ ਸਿਰਫ ਪੁੱਤਰ ਦਿੱਤੇ ਨੇ, ਇੱਕ ਧੀ ਦੀ ਦਾਤ ਨਹੀਂ ਬਖਸ਼ੀ। ਜੇ ਮੇਰੇ ਘਰ ਧੀ ਹੁੰਦੀ ਤਾਂ ਮੈਂ ਉਹਦੀ ਕੁੜਮਾਈ ਗੁਰੂ ਨਾਨਕ ਪਾਤਸ਼ਾਹ ਨਾਲ ਕਰ ਦਿੰਦਾ। ਗੁਰੂ ਨਾਨਕ ਪਾਤਸ਼ਾਹ ਨਾਲ ਜਿੱਥੇ ਮੇਰਾ ਆਤਮਿਕ ਰਿਸ਼ਤਾ ਹੈ, ਉੱਥੇ ਮੇਰਾ ਉਹਨਾਂ ਨਾਲ ਦੁਨਿਆਵੀ ਰਿਸ਼ਤਾ ਵੀ ਬਣ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਆਪਾਂ ਇਸ ਅਖੌਤੀ ਲਿੰਬਾ ਪੋਚੀ ਦੀ ਜ਼ਿੰਦਗੀ ਮਗਰ ਦੌੜਦੇ ਹੋਏ ਆਪਣੀਆਂ ਬੱਚੀਆਂ ਨੂੰ ਕੁੱਖਾਂ 'ਚ ਮਾਰੀ ਜਾ ਰਹੇ ਹਾਂ। ਔਰਤ ਵੱਲੋਂ ਸਮਾਜ ਵਿੱਚ ਪਾਏ ਜਾਣ ਵਾਲੇ ਯੋਗਦਾਨ ਨੂੰ ਭੁੱਲਦੇ ਜਾ ਰਹੇ ਹਾਂ। ਜ਼ਰਾ ਸੋਚੋ, ਔਰਤ ਨਾ ਹੁੰਦੀ ਤਾਂ ਧੀ ਨਾ ਹੁੰਦੀ, ਔਰਤ ਨਾ ਹੁੰਦੀ ਤਾਂ ਭੈਣ ਨਾ ਹੁੰਦੀ, ਔਰਤ ਨਾ ਹੁੰਦੀ ਤੇ ਪਤਨੀ ਨਾ ਹੁੰਦੀ, ਔਰਤ ਨਾ ਹੁੰਦੀ ਤੇ ਮਾਂ ਨਾ ਹੁੰਦੀ। ਔਰਤ ਹੀ ਸਾਰੀ ਸ੍ਰਿਸ਼ਟੀ ਨੂੰ ਤੋਰਨ ਵਾਲੀ ਹੈ। ਆਪਾਂ ਸ੍ਰਿਸ਼ਟੀ ਦੀ ਰਚਨਹਾਰੀ ਨੂੰ ਖਤਮ ਕਰਨ ਵੱਲ ਤੁਰ ਪਏ। ਨਾ ਸਾਧ ਸੰਗਤ ਜੀ, ਨਾ। ਇਹ ਬਜਰ ਪਾਪ ਕਰਕੇ ਅਸੀਂ ਉਸ ਮਾਲਕ ਦੀ ਕਚਹਿਰੀ ਵਿੱਚ ਬਖਸ਼ੇ ਨਹੀਂ ਜਾਵਾਂਗੇ, ਨਹੀਂ ਬਖਸ਼ੇ ਜਾਵਾਂਗੇ। ਕਰਨੈਲ ਪੁੱਤ, ਹਾਂ ਬੀਬੀ। ਜੇ ਕੁੜੀ ਪਸੰਦ ਆ ਲੈ ਲਈਏ ਰਿਸ਼ਤਾ। ਠੀਕ ਆ ਬੀਬੀ, ਕਰ ਦਿਓ। ਹਾਂ ਸ਼ਾਮ ਗਰੇ 1-2 ਕੁੜੀਆਂ ਹੋਰ ਵੀ ਤੱਕ 'ਚ ਰੱਖ ਲਈਆਂ ਚਲੀ। ਜੇ ਇਹਦੇ ਚੋਂ ਵੀ ਮੁੰਡਾ ਨਾ ਹੋਇਆ, ਇਹਨੂੰ ਛੱਡ ਕੇ ਫਿਰ ਹੋਰ ਵਿਆਹ ਵੀ ਤੇ ਕਰਨਾ ਪੈਣਾ ਨਾ। ਕਾਲੀ ਜ਼ੁਬਾਨ ਵਾਲਿਆ, ਚੁੱਪ ਕਰਕੇ ਬੈਠਾ ਰਹਿ, ਜਿਹੇ ਜਿਹਾ ਹੈਗਾ। ਓਏ ਨਾ ਸ਼ੁਕਰਿਓ, ਓ ਸ਼ੁਕਰ ਕਰੋ ਏ ਉਸ ਕੁੜੀ ਦਾ ਜਿਹੜੀ ਹਿੰਮਤ ਕਰਕੇ ਆਪ ਵੀ ਬਚ ਗਈ ਤੇ ਤੁਹਾਨੂੰ ਵੀ ਬਚਾ ਲਿਆ, ਨਹੀਂ ਤੇ ਬੱਦੇ ਨਹੀਂ ਸੀ ਛੁੱਟਣਾ ਤੁਸੀਂ। ਤੂੰ ਵੀ ਸ਼ੁਕਰ ਕਰ, ਵਿਹੜੇ 'ਚ ਲੱਤਾਂ ਫਸਰ ਕੇ ਤੂੰ ਵੀ ਨਾ ਪੈਂਦਾ, ਮੈਂ ਤੈਨੂੰ ਪਰਚੋਂ ਬਾਹਰ ਨਹੀਂ ਸੀ ਰਹਿਣ ਦੇਣਾ। ਚੱਲ ਛੱਡ ਬੀਬੀ, ਗੋਲੀ ਮਾਰ ਤੂੰ ਇਹਦੀਆਂ ਗੱਲਾਂ ਨੂੰ। ਤੂੰ ਹਾਂ ਕਰ, ਫੇਰ ਕਰਾਈਏ ਇੱਕ ਵਾਰੀ ਵਿਆਹ। ਬਾਪੂ ਜੀ,
ਬੜੇ ਚਿਰ ਤੋਂ ਨਾ ਇੱਕ ਗੱਲ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁੱਛ ਨਹੀਂ ਸਕੀ। ਅੱਜ ਪੁੱਛ ਲੈ ਪੁੱਤਰ। ਬਾਪੂ ਜੀ ਤੁਸੀਂ ਵਿਆਹ ਕਰਵਾਇਆ ਨਹੀਂ ਕਿ? करवाया से पुत्र। मेरी पत्नी से मेरे 2 पुत्र सन। मैं फौज में नौकरी करता सी। मेरी बड़ी तमन्ना सी कि मैं अपने पुत्रा नूं फौजी बनावांगा। जदों मैं फौज चों रिटायर होके आया तो पता लगा मेरा बड़ा मुंडा पुलिस च भर्ती हो गया है। मैंने कोई अफसोस नहीं होया बल्कि मैं खुश हुआ। कोई गल नहीं जवान, पुलिस भी तो फोर्स है। बाप ने फौज में रह के देश नूं बाहरी दुश्मनों तो बचा के रखा है और पुत्र पुलिस में रह के देश नूं अंदरूनी दुश्मनों तो बचाएगा। जवान ਜਿਹੜੀ ਜ਼ਿੰਮੇਵਾਰੀ ਆਪਣੇ ਕੰਧਿਆਂ ਤੇ ਚੁੱਕੀ ਹੈ ਉਸ ਨੂੰ ਇਮਾਨਦਾਰੀ ਨਾਲ ਜੀ ਜਾਨ ਨਾਲ ਨਿਭਾਉਣਾ ਹੈ। ਕੋਈ ਸ਼ੱਕ ਨੋ ਸਰ। ਗੁੱਡ ਤੁਸੀਂ ਚਿੰਤਾ ਨਾ ਕਰੋ ਡੈਡੀ, ਤੁਹਾਡਾ ਪੁੱਤਰ ਹਰ ਮਹਾਜ ਤੇ ਕਾਮਯਾਬ ਹੋਏਗਾ। ਗੁੱਡ, ਵੈਰੀ ਗੁੱਡ। ਔਰ ਇੱਕ ਗੱਲ ਹੋਰ ਪੁੱਤਰ, ਪੁਲਿਸ ਮਹਿਕਮਾ ਰਿਸ਼ਵਤਖੋਰੀ ਦੀ ਬਹੁਤ ਬਦਨਾਮ ਹੈ। ਕਦੇ ਰਿਸ਼ਵਤ नहीं लेना। समाज विरोधी अंसर खिलाफ डट के लड़ना है। ईमानदारी नाल अपने फर्ज को पूरा करना है चाहे जान चली जाए। पहले देश फिर जान, कोई शक नो सर। मैं सोचा चलो छोटे पुत्र नूं फौज विच कमीशन दवावांगा। वो पढ़ाई च बहुत होशियार सी, सारे प्रोफेसरों नूं बहुत प्यार करते सी। पर एक दिन जनाब कल्ली कल्ली चीज शान मारो। थानेदार साहब मैनू गल तो दसो, मैं रिटायर्ड फौजी है, मेरे घर की तलाशी क्यों नहीं जा रही है? फौजी फौजिया तेनू पता तेरा मुंडा अतवादी है? नहीं चंदर साहब, ये हो ही नहीं सकता। मेरा मुंडा अतवादी? मैं सारी उम्र फौज च नौकरी की है। बड़ा मुंडा मेरा पुलिस मुलाजिम है। पुलिस च भी अतवादी है गया, कराना ओदी भी इंक्वायरी। तुसी गलत इल्जाम ला रहे हो मेरे पुत्रा ते। मैं सारी उम्र देश की सेवा की है। तनख्वाह नहीं लई, पैसे लेके कीता कम। सेवा नहीं मजदूरी हुंदी है। क्यों भाई मिलिया कुछ? नहीं जनाब, कुछ नहीं मिलिया। मुंडा तेरा साडी हिरासत च, मैनू आके मिल। थाने आना जी? कदों ते किथे मिलना ये तेनू मैं दसांगा। चलो ए। वेख बई फौजिया, बंदा ते तू सौए, मुंडे तेरे च भी बल कोई नहीं। हुण गल मुकदी आ तेरे ते, छड़ दिए मुंडा तेरा। थोड़ी बहुत बहुत मेहरबानी जनाब। वेख रुपया लगूगा 3 लाख। 3 लाख? वो कहता खूह च डिग्गी एट कदे सुक्की नहीं निकलदी। मुंडे च वल भी कोई नहीं, फिर भी उन्होंने छुड़ाउण लई 3 लाख रिश्वत देवा? ना दे,
ਅੰਨਾ ਖਾਤਾ ਹੈ ਸਾਡੇ ਕੋਲ ਮੁਕਾਬਲਿਆਂ ਦਾ। ਬਣਾ ਦਿੰਨੇ ਆ ਮੁਕਾਬਲਾ। ਪੈਸਾ ਨਹੀਂ ਤਾਂ ਤਰੱਕੀ ਸਹੀ। ਮੈਂ ਬਥੇਰੀ ਭੱਜ-ਨੱਸ ਕੀਤੀ, ਅਫਸਰਾਂ ਨੂੰ ਵੀ ਮਿਲਿਆ, ਪਰ ਕਿਸੇ ਨੇ ਹਾਮੀ ਨਾ ਭਰੀ। ਅਖੀਰ 3 ਲੱਖ ਰੁਪਇਆ ਦੇ ਕੇ ਮੁੰਡੇ ਨੂੰ ਛੁਡਾਇਆ, ਪਰ ਪੁਲਿਸ ਨੇ ਟੌਰਚਰ ਕਰ ਕਰਕੇ ਮੁੰਡੇ ਨੂੰ ਨਕਾਰਾ ਕਰ ਦਿੱਤਾ। ਬੜੀ ਮੁਸ਼ਕਿਲ ਨਾਲ 6 ਮਹੀਨੇ ਚ ਮੁੰਡੇ ਨੂੰ ਕਾਇਮ ਕੀਤਾ। ਉਹ ਥਾਣੇਦਾਰ ਬਦਲ ਗਿਆ, ਦੂਸਰਾ ਆ ਗਿਆ। ਹਾਂ ਬਈ ਫੌਜੀਆ, ਤੂੰ ਦੱਸ ਮੁੰਡਾ ਕਦੋਂ ਪੇਸ਼ ਕਰੇਗਾ? ਜਨਾਬ, ਮੁੰਡੇ 'ਚ ਕੋਈ ਬਲ ਨਹੀਂ। ਇਹ ਇਨਕੁਆਰੀ ਹੋ ਚੁੱਕੀ ਹੈ, ਤਾਂ ਹੀ ਮੁੰਡੇ ਨੂੰ ਛੱਡਿਆ ਗਿਆ ਸੀ। ਇਹ ਇਨਕੁਆਰੀ ਪਹਿਲੇ ਥਾਣੇਦਾਰ ਨੇ ਕੀਤੀ ਸੀ, ਹੁਣ ਮੈਂ ਵੀ ਕਰ ਲਵਾਂ। ਤੂੰ ਮੁੰਡਾ ਪੇਸ਼ ਕਰ। ਮਤਲਬ 3 ਲੱਖ ਉਸਨੇ ਲਿਆ ਸੀ, ਹੁਣ 3 ਲੱਖ ਤੁਸੀਂ ਲਓਗੇ। ਮੇਰਾ ਵੱਟਾ 5 ਲੱਖ ਦਾ, ਇਹ ਮੈਂ ਕੱਲਿਆ ਨਹੀਂ ਲੈਣਾ, ਉੱਪਰ ਵੀ ਅਫਸਰ ਬੈਠੇ ਆ। 5 ਲੱਖ ਹੋਵੇ ਭਾਵੇਂ 50 ਲੱਖ, ਮੈਂ ਇੱਕ ਦੀਵਾਨੇ ਨਹੀਂ ਦਿਆਂਗਾ। ਮੈਂ ਆਪਣੇ ਕਰਨਲ ਸਾਹਿਬ ਨਾਲ ਗੱਲ ਕਰਾਂਗਾ। ਤੂੰ ਕਰਨਲ ਨਾਲ ਗੱਲ ਕਰ ਜਾਂ ਜਰਨਲ ਨਾਲ, ਮੈਨੂੰ ਕੋਈ ਪਰਵਾਹ ਨਹੀਂ। ਅੱਜ ਤੇ ਤੇਰਾ ਮੁੰਡਾ ਭੱਜ ਕੇ ਬਚ ਗਿਆ। ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ? ਕਦੇ ਤੇ ਕਾਬੂ ਆਊਗਾ ਹੀ। ਫੇਰ ਆਉਂਗਾ ਤੂੰ 5 ਦਾ 7 ਲੱਖ ਲੈ ਕੇ। ਚਲੋ ਓਏ। ਡੈਡੀ, सतनाम, तू आ गया? मैं आया नहीं डैडी, मैं जा रहा। मेरा इस रात तुर नूं जीत नहीं सी करता, पर लगदा हुण तुरे बगैर गुजारा भी नहीं। नहीं पुत नहीं, तू इहो जिहा कुछ नहीं करना। मैं हाँ ना। तुसी किहदा किहदा घर भरोगे डैडी? जिन्हां नूं बोरियां नाल नोट इकट्ठे करन दी आदत पै जावे ना, उन्हां दे ढिड नहीं भरे जा सकदे। ਤੁਹਾਨੂੰ ਇਹਨਾਂ ਨੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਮਝ ਲਿਆ। ਜਦੋਂ ਤੁਹਾਡੇ ਕੋਲ ਪੈਸੇ ਮੁੱਕ ਗਏ, ਉਦੋਂ ਵੀ ਤਾਂ ਇਹਨਾਂ ਮੈਨੂੰ ਮਾਰਨਾ ਹੀ ਆ। ਤੁਸੀਂ ਆਪਣੇ ਪੈਸੇ ਸੰਭਾਲ ਕੇ ਰੱਖੋ, ਮੈਨੂੰ ਮੇਰੇ ਹਸ਼ਰ ਦਾ ਪਤਾ ਲੱਗ ਚੁੱਕਾ। ਮੈਂ ਜਾ ਰਿਹਾ ਡੈਡੀ। नहीं पुत नहीं, 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 ना जा पुत, ना जा। मैनू पैसा नहीं, अपना पुत चाहिए, पुत चाहिए मैनू। सतनाम चला गया। पुलिस बार बार मैनू थाने ले जाके टॉर्चर करती रही, जलील करती रही। बड़े मुंडे दी भी इंक्वायरियां हुई, घर दी बीमार रहने लग गई। घर च जिवें सुख शांति खत्म हो गई। फिर एक दिन अखबार च खबर आई कि पुलिस ते खाड़कुआं विचाले गैगज मुकाबले च एक पुलिसकर्मी ते एक खाड़कू मारिया गया। तस्वीर वेखिया तो दोवें मेरे पुत्र सन, मेरे पुत्र। देश के सियासतदाना ने अपनी कुर्सियां लई भरा भरा दा दुश्मन बना दिता। पुलिस वाले मरन या खाड़कू मरते तो मोहम्मद दी पुत्ती इन्हां दा की है? जे सोचा जावे तो यह नुकसान किसदा होया? पंजाब दा ते खास करके सिख कौम दा।
इस गल नूं कोई नहीं विचारता, कोई नहीं विचारता इस गल नूं। ते तुहाडी पत्नी वो सदमा ना चल सकी जो भी अकाल पुरख के चरणा जा बिराजी। फिर मैं उत्थे की करना सी? अपना घर अपना पिंड छड़ के मैं इत्थे गुरु घर आ गया। चलो जो दी मर्जी। रहरा साहब का बेड़ा हो गया, मैं हुण चलदा है। किन्नियां प्यारियां बच्चियां थे। लोग तो कमले होंदे ने जेड़े धी जम्मी तो सोग मनाउंदे ने ते पुत्तर जम्मे तो भंगड़े पाउंदे ने। पुत जमे तां पगड़े पाउंदे, धी जमे तां सोग मनाउंदे। पुत जमे तां पगड़े पाउंदे, धी जमे तां सोग मनाउंदे। धीआं घट नहीं पुत्तरां नालों, धीआं घट नहीं पुत्तरां नालों। नालों धीआं ते क्यों कहर कमांदे। अंश न तुरदी आदम दी, जेकर मां हवा ना हुंदी। जगते आउंदे जेकर तृप्ता माना हुंदी। पीर पैगंबर औरत जाए, क्यों औरत दा उपकार भुलांदे। धीआं घट नहीं पुत्तरां नालों, धीआं ते क्यों कहर कमांदे।
जमदी फिर भैन फिर पत्नी मां। तीजे मुक गई मुक जावणगे सारे रिश्तियां दे ही ना। जिस तो सारे रिश्ते फुटदे उस मुड नू क्यों मुकांदे। धीया कट नहीं पुत्रा नालों धीया ते क्यों कहर कमांदे। समझ तो बार नौजवानी नशियां खा लई बुजुर्गां दा ना रिया सत्कार। धर्मा वल्लों पिठ मोड़ के फर्जा तो क्यों मुंह पवांदे। कट नहीं पुत्रा नालों धीया ते क्यों कहर कमांदे। मम्मी ਅਸੀਂ ਪਾਸ ਹੋ ਗਿਆ। ਇਹ ਤੁਹਾਡੇ ਲਈ। ਬਾਪੂ ਜੀ आ भाई पुत्रो हाँ मेरे पुत्रां दी ग्रेजुएशन तो होगी हुण अगों की विचार। ਬਾਪੂ ਜੀ ਮੈਂ ਬਿਰਧ ਆਸ਼ਰਮ ਖੋਲਣਾ ਚਾਹੁੰਦੀ ਹਾਂ। ਮੈਂ ਇਦਾਂ ਦੇ ਕਈ ਬਜ਼ੁਰਗ ਦੇਖੇ ਨੇ ਜਿਹੜੇ ਸੜਕਾਂ ਤੇ ਰੁਲਦੇ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਤੇ ਮੈਂ ਇਹੋ ਜਿਹੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਾ ਚਾਹੁੰਦੀ ਹਾਂ। ਮਾਨਵਤਾ ਸੜਕਾਂ ਤੇ ਰੁਲੇ ਇਹ ਤਾਂ ਮਨੁੱਖਤਾ ਲਈ ਮਿਹਣਾ ਹੈ ਨਾ। ਵਾਰੇ ਜਾਵਾਂ ਤੇਰੀ ਸੋਚ ਦੇ ਪੁੱਤਰ। ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨਾ ਸਾਡੇ ਧਰਮ ਸਾਡੇ ਸਮਾਜ ਦੇ ਮੁੱਖ ਵਿਸ਼ੇਸ਼ਤਾ ਹੈ। ਪਰ ਅਫਸੋਸ ਅੱਜ ਕੱਲ ਨੌਜਵਾਨ ਖੁਦਗਰਜ਼ੀ ਦੇ ਰੌਂ ਵਿੱਚ ਸਭ ਕੁਝ ਭੁੱਲਦੇ ਜਾ ਰਹੇ ਨੇ। ਪਰ ਪੁੱਤਰ ਬਿਰਧ ਆਸ਼ਰਮ ਖੋਲਣ ਲਈ ਜਗ੍ਹਾ ਵੀ ਤੇ ਚਾਹੀਦੀ ਹੈ ਨਾ। ਲੈ ਉਹ ਪੁੱਤਰ ਪਿੰਡ ਮੇਰਾ ਏਡਾ ਵੱਡਾ ਘਰ ਜੇ ਉੱਥੇ ਇਹ ਆਸ਼ਰਮ ਖੁੱਲ ਗਏ ਉਹ ਤਾਂ ਧਰਤੀ ਧਨ ਹੋਗੀ। ਪੁੱਤਰ ਸਮਝ ਲੈ ਤੇਰਾ ਬਿਰਧ ਆਸ਼ਰਮ ਖੁੱਲ ਗਿਆ ਤੇ ਮਨਜੋਤ ਪੁੱਤਰ ਤੂੰ ਕੀ ਕਰਨਾ। ਬਾਪੂ ਜੀ ਮੈਂ ਤਾਂ LLB ਕਰਾਂਗੀ। ਜਿਹੜੇ ਬੱਚੇ ਬਜ਼ੁਰਗਾਂ ਤੋਂ ਆਪਣੇ ਨਾਮ ਪ੍ਰਾਪਰਟੀ ਕਰਵਾ ਕੇ ਉਹਨਾਂ ਨੂੰ ਰੁਲਣ ਲਈ ਛੱਡ ਦਿੰਦੇ ਨੇ ਮੈਂ ਉਹਨਾਂ ਨੂੰ ਅਦਾਲਤ ਵਿੱਚ ਖਿੱਚ ਕੇ ਬਜ਼ੁਰਗਾਂ ਨੂੰ ਇਨਸਾਫ ਦਿਵਾਇਆ ਕਰਾਂਗੀ। ਵਾਹ ਪੁੱਤਰ ਵਾਹ। ਦੋਵਾਂ ਭੈਣਾਂ ਦੀ ਇੱਕ ਹੀ ਸੋਚ ਬਜ਼ੁਰਗਾਂ ਨੂੰ ਇਨਸਾਫ ਦਿਵਾਉਣਾ ਹੈ। ਮੈਨੂੰ ਮਾਣ ਹੈ ਤੁਹਾਡੇ ਤੇ ਮੈਨੂੰ ਮਾਣ ਹੈ ਤੁਹਾਡੀ ਮਾਤਾ ਤੇ ਮੈਨੂੰ ਮਾਣ ਹੈ ਉਸ ਸੁਲੱਖਣੇ ਕੁੱਖ ਤੇ ਜਿਸ ਨੇ ਤੁਹਾਨੂੰ ਜੰਮਿਆ। ਨਹੀਂ ਨਹੀਂ ਮੈਂ ਆਪਣਾ ਇਹ ਖੇਤ ਨਹੀਂ ਵੇਚਣਾ। ਮੇਰੇ ਕੋਲ ਹੋਰ ਰਹਿ ਕੀ ਗਿਆ ਏ। ਸਿਰਫ ਇੱਕ ਖੇਤ ਹੀ ਤਾਂ ਬਚਿਆ ਏ ਉਹ ਵੀ ਵੇਚ ਦਿਆਂ ਇਹਦੇ ਨਸ਼ੇ ਪੂਰੇ ਕਰਨ ਲਈ। ਵੇ ਕਿਹੜੇ ਖੇਤ ਸੀ ਮੇਰੇ ਆਦਮੀ ਦੇ ਉਹ ਨਾਲ ਲੈ ਗਿਆ ਜਾਂ ਤੂੰ ਕਿਹੜਾ ਹਿੱਕ ਤੇ ਧਰ ਕੇ ਲੈ ਜਾਣੇ ਆ। ਵੇਚ ਦੇ ਜੇ ਨਿਆਣਾ ਕਹਿੰਦਾ ਤਾਂ। ਸੱਚ ਪੁੱਛੇ ਨਾ ਮਾਤਾ ਇਸ ਘਰ ਦਾ ਬੇੜਾ ਹੀ ਤੂੰ ਗਰਕ ਕੀਤਾ ਏ। ਪਹਿਲਾਂ ਮੇਰੀਆਂ ਬੇੜੀਆਂ 'ਚ ਵੱਟੇ ਪਾਏ ਹੁਣ ਇਹਦੀਆਂ 'ਚ ਪਾ ਰਹੀ ਏ। ਦਰ ਫਿੱਟੇ ਮੂੰਹ ਤੇਰਾ ਲੱਖ ਲਾਨਤੀ ਆ ਸਿਲਾ ਦਿੱਤਾ ਹੀ ਲਾੜ ਲੜਾਉਣ ਦਾ। ਮੈਂ ਤਾਂ ਹੋਈ ਮਰ ਗਈ ਇਸ ਘਰ ਦੀ। ਤੇਰੀਆਂ ਇਹਨਾਂ ਚਤਰਾਈਆਂ ਨੇ ਨਾ ਮੇਰੀ ਕਿਸੇ ਵੀ ਜਨਾਨੀ ਨੂੰ ਇਸ ਘਰ ਵਸਣ ਨਹੀਂ ਦਿੱਤਾ। ਬਾਪੂ ਮੇਰਾ ਮਰ ਗਿਆ ਤੇਰੇ ਦੁੱਖੋਂ। ਚੁੱਪ ਕਰ ਬੁੜਿਆ ਤਾਂ ਚੁੱਪ ਕਰਕੇ ਇੱਥੇ ਗੁੱਠਾ ਲਾ ਦੇ। ਮੈਂ ਨਹੀਂ ਲਾਉਣਾ। ਅੱਛਾ ਮੈਨੂੰ ਫਿਰ ਦਬਾਉਣਾ ਆਉਂਦਾ ਹੋਣਾ ਕਿ ਸਾਡੀ ਗੁੱਠਾ ਨਾ ਨਾ ਕੁੱਟਾ ਨਾ ਜ਼ਬਰਦਸਤੀ ਨਾ ਕਰ ਲਾ ਦਿੱਤਾ ਲਾ ਦਿੱਤਾ।
ਜਾ ਇੱਥੋਂ ਮੁੜ ਕੇ ਮੈਨੂੰ ਆਪਣੀ ਸ਼ਕਲ ਨਾ ਵਿਖਾਈ। ਉਹ ਮੈਂ ਵੀ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ, ਮੈਂ ਇਸ ਘਰ ਵਿੱਚ ਰਹਿਣਾ ਹੀ ਨਹੀਂ। ਚੱਲ ਜਾ ਇੱਥੋਂ। ਆ ਪੁੱਤ ਲੈਣ ਲਈ ਮੈਂ ਪਾਪਾਂ ਦੀ ਭਾਗੀਦਾਰ ਬਣੀ, ਖੂਨ ਨਾਲ ਹੱਥਾਂ ਨੂੰ ਰੰਗਿਆ, ਆਪਣੀ ਹੀਰੇ ਵਰਗੀ ਨੂੰਹ ਨੂੰ ਘਰੋਂ ਕੱਢਿਆ, ਉਹਨੂੰ ਮਾਰਨ ਤੇ ਤੁਲ ਗਈ, ਆਪਣੇ ਆਦਮੀ ਦੀ ਇੱਕ ਨਾ ਸੁਣੀ। ਆ ਪੁੱਤ ਲੈਣ ਲਈ ਨਾ ਤਾਂ ਰੱਖਿਆ ਸੀ ਕੁਲਤਾਰ, ਪਰ ਇਹਨੇ ਤਾਂ ਮੇਰੀ ਕੁੱਲ ਦਾ ਨਾਸ ਕਰਕੇ ਰੱਖ ਦਿੱਤਾ। ਇਸ ਬੁਖਾਰ ਹੈ, ਤੁਸੀਂ ਇਦਾਂ ਕਰੋ ਡਾਕਟਰ ਸੰਧੂ ਨੂੰ ਕਹੋ ਕਿ ਉਹ ਇੱਕ ਵਾਰ ਆਸ਼ਰਮ ਆ ਜਾਣ। ਠੀਕ ਹੈ ਭੈਣ ਜੀ। ਸਾਧ ਸੰਗਤ ਜੀ, ਜਰਾ ਸੋਚੋ, ਅਸੀਂ ਪੰਜਾਬ ਦੇ ਅਣਖੀ ਲੋਕ ਕਿਹੜੇ ਰਾਹਾਂ ਵੱਲ ਤੁਰ ਪਏ। ਅਸੀਂ ਆਪਣੀਆਂ ਬੱਚੀਆਂ ਨੂੰ ਕੁੱਖਾਂ 'ਚ ਮਾਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਨੌਜਵਾਨੀ ਨੂੰ ਤਲਾਂਜਲੀ ਦੇ ਦਿੱਤੀ। ਨਸ਼ਿਆਂ ਨੇ ਸਾਡੀ ਮੱਤ ਮਾਰ ਲਈ। ਬਾਣਾ ਅਸੀਂ ਅਲੋਪ ਕਰ ਲਿਆ। ਪਤਿਤ ਪੁਣਾ ਘਰ ਘਰ ਵਸ ਗਿਆ। ਵਿਰਸੇ ਤੋਂ ਆਪਾਂ ਕੋਹਾਂ ਦੂਰ ਹੋ ਗਏ। ਕੁਰੀਤੀਆਂ ਦਾ ਕੋੜ ਸਾਡੇ ਗਲ 'ਚ ਪੈ ਗਿਆ। ਗੁਰੂਆਂ ਦਾ ਡਰ ਪੋ ਅਸੀਂ ਤਿਆਗ ਦਿੱਤਾ। ਸਾਡੇ ਪੱਲੇ ਕੀ ਰਹਿ ਗਿਆ? ਪੰਜਾਬੀਓ, ਇੱਕ ਗੱਲ ਯਾਦ ਰੱਖਿਓ, ਜੇ ਅਸੀਂ ਇਸ ਤਰ੍ਹਾਂ ਹੀ ਆਪਣੀਆਂ ਬੱਚੀਆਂ ਦੀ ਭਰੂਣ ਹੱਤਿਆ ਕਰਦੇ ਰਹੇ ਤਾਂ ਸਾਨੂੰ ਆਪਣੇ ਪੁੱਤਰਾਂ ਦੇ ਘਰ ਵਸਾਉਣ ਲਈ ਦੂਜੇ ਰਾਜਾਂ ਚੋਂ, ਦੂਜੇ ਧਰਮਾਂ ਚੋਂ ਲੜਕੀਆਂ ਮੁੱਲ ਲਿਆਉਣੀਆਂ ਪੈਣਗੀਆਂ। ਫਿਰ ਹੋਏਗਾ ਕੀ? ਸਾਡੀਆਂ ਆਉਣ ਵਾਲੀਆਂ ਨਸਲਾਂ ਦੋਗਲੀਆਂ ਬਣ ਜਾਣਗੀਆਂ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਪੈਦਾ ਹੋਣ ਦੀ ਆਸ ਛੱਡ ਦਿਓ, ਕਿਉਂਕਿ ਦੋਗਲੀਆਂ ਨਸਲਾਂ ਚੋਂ ਇਹੋ ਜਿਹੇ ਬਹਾਦਰ ਸੂਰਮੇ ਕਦੇ ਪੈਦਾ ਨਹੀਂ ਹੁੰਦੇ। ਸਾਧ ਸੰਗਤ ਜੀ, ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਕਿ ਜੋ ਬੱਚੀ ਪਰਮਾਤਮਾ ਨੇ ਗਰਭ ਵਿੱਚ ਭੇਜੀ ਹੈ, ਕਿਤੇ ਇਸਨੇ ਸੰਸਾਰ ਵਿੱਚ ਆ ਕੇ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਾਤਾ ਵੀਰਾਈ ਜੀ, ਮਾਤਾ ਦਮੋਦਰੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦੀ ਵਿਰਾਸਤ ਨੂੰ ਤਾਂ ਅਗਾਹ ਨਹੀਂ ਤੋਰਨਾ। ਜਿਸ ਬੱਚੀ ਦੀ ਅਸੀਂ ਭਰੂਣ ਹੱਤਿਆ ਕਰਨ ਬਾਰੇ ਸੋਚ ਰਹੇ ਹਾਂ, ਕਿਤੇ ਉਸ ਦੇ ਅੰਦਰ ਸ਼ਰਨ ਕੌਰ, ਸਦਾ ਕੌਰ, ਮਹਾਰਾਣੀ ਜਿੰਦ ਕੌਰ ਦੀ ਰੂਹ ਤੇ ਨਹੀਂ ਆ? ਸੋਚੋ ਸਾਧ ਸੰਗਤ ਜੀ, ਸੋਚੋ। अजे भी वक्त है अकलां कर लो, डुल्ले बेर इकट्ठे
कर लो। दर मालक दे जाओगे बख्शे, उस मालक दा पल्ला फड़ लो। उस दाते दी मर्जी अगे क्यों नहीं अपना सीस चुकाउंदे। धीआं कट नहीं पुत्रा नालों, धीआं ते क्यों कहर कमाउंदे। धीआं कट नहीं पुत्रा नालों, 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 धीआं कट नहीं पुत्रा नालों। ਪੁੱਤ ਠੀਕ ਹੀ ਕਹਿੰਦਾ ਸੀ। ਇਹ ਘਰ ਮੇਰੇ ਪੈਰੋਂ ਬਰਬਾਦ ਹੋਇਆ। ਮੈਂ ਸਾਰੀ ਉਮਰ ਆਦਮੀ ਦੀ ਇੱਕ ਨਹੀਂ ਸੁਣੀ। ਪਹਿਲਾਂ ਲਾੜ ਚ ਪੁੱਤ ਵਿਗਾੜਿਆ, ਫਿਰ ਪੋਤਰਾ। ਸਰਪੰਚ ਠੀਕ ਹੀ ਕਹਿੰਦਾ ਹੁੰਦਾ ਸੀ, ਮੁੰਡੇ ਤੇ ਰੰਗੇ ਚੰਡੇ ਹੀ ਕੰਮ ਹੁੰਦੇ ਨੇ। ਪਰ ਮੈਂ जानी शाम कुरे तू ते हट च अपना घर ही बर्बाद कर लिया, सब कुछ रोड़ दिता। अब पछताए क्या हो जब चिड़िया चुग गई खेत। बापू आज थे तो माफी मंगण
जी करदा। ਪੁੱਤਰ, ਧੰਨ ਹੈ ਉਹ ਕੁੱਖ ਜਿਸਨੇ ਤੈਨੂੰ ਜਨਮ ਦਿੱਤਾ। ਤੂੰ ਬਚਾ ਲਿਆ ਮੈਨੂੰ। ਪਰ ਪਾਪਾ ਜੀ, ਤੁਸੀਂ ਹਾਲੇ ਤੱਕ ਮੈਨੂੰ ਆਪਣੇ ਪਿੰਡ ਦਾ ਨਾਂ ਨਹੀਂ ਦੱਸਿਆ। ਛੱਡ ਪੁੱਤਰ, ਜਿਹੜਾ ਛੱਡਿਆ ਗਰਾਂ ਉਹਦਾ ਲੈਣਾ ਕੀ ਨਾ। हेलो, हाँ मंजूर। मनदीप, मुबारक होन, मैं LLB पास कर ली है। बापू जी, मेरी भैन वकील बन गई है। हाँ मंजूर, तू मम्मी ते बापू जी नु फोन करके जरूर दसी, उन्होंने बहुत खुशी होनी है। हाँ सुना बुढ़िया, तू की समझदा? तू किसी को दसेगा नहीं तो सानू पता नहीं लगूगा। तू इत्थे की करना आया? ठूठा लवाउण आया। तो घर ही ते रह गया, की करना रख के? हुण ना मैं लाया। तेरे ते ਵੱਡੇ ਵੀ ਗੁੱਠਾ ਲਾਉਣਗੇ। ਮੈਂ ਕਿਹਾ ਨਾ ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ। जा साहब, चश्मदीद गवाह बीबी मनदीप कौर दी गवाही ने यह साबित कर दिता है मुजरिम करनैल सिंह ने अपने बेटे कुलतार सिंह दा कत्ल कीता है। एक बाप ने बेटे दा कत्ल करके बाप ते बेटे दे रिश्ते नू बदनुमा दाग लगाया है, समाजिक कदरां कीमतां दा घाण कीता है। इसलिए मुजरिम नू सख्त तो सख्त सजा दी जावे। दैट्स ऑल जज साहब। करनैल सिंह, तू अपनी सफाई विच कुछ कहना चाहना? नहीं सरकार, मैं कुछ भी नहीं कहना चाहता। तेरे वालों तेरा केस लाने कोई वकील है? नहीं जज साहब, मेरा कोई वकील नहीं। वकील है जज साहब, मैं इन्हां दा केस लड़ांगी। ਤੁਹਾਡਾ ਨਾਮ? जी मनदीप कौर। ਤੁਸੀਂ ਕੀ ਕਰਦੇ ਹੋ? जी मैं बिरध आश्रम चला रही हूँ। ਇਹ ਆਦਮੀ ਜੋ ਕਟਹਿਰੇ ਵਿੱਚ ਖੜਾ ਹੈ, ਤੁਸੀਂ ਉਸ ਨੂੰ ਜਾਣਦੇ ਹੋ? जी हाँ, ये मेरे बिरध आश्रम ਵਿੱਚ ਰਹਿੰਦੇ ਨੇ। ਜਿਸ ਵਕਤ ਕੁਲਤਾਰ ਸਿੰਘ ਦਾ ਕਤਲ ਹੋਇਆ, ਉਸ ਵਕਤ ਤੁਸੀਂ ਉੱਥੇ ਮੌਜੂਦ ਸੀ? जी हाँ। ਇਹਨਾਂ ਨੇ ਕੁਲਤਾਰ ਸਿੰਘ ਦਾ ਕਤਲ ਕਿਸ ਹਥਿਆਰ ਨਾਲ ਕੀਤਾ? जी हथियार तो कोई भी नहीं सी। दरअसल कुलतार सिंह इन्हां तो किसी कागज़ ते अंगूठा लगवाना आया सी ते इन्हां ने अंगूठा लगाउण तो इनकार कर दिता। बस इसी गल नूं लैके इन्हां दे विच हाथापाई हो गई ते अचानक कुलतार सिंह जमीन ते डिग गया ते बस उस तो बाद उठिया नहीं। ਤੁਸੀਂ ਉਸ ਵਕਤ ਕਿੱਥੇ ਸੀ? जी मैं फोन ते गल कर रही सी। ਤੇ ਤੁਸੀਂ ਇਹਨਾਂ ਨੂੰ ਛੁਡਾਇਆ ਕਿਉਂ ਨਹੀਂ? जदों तक मैं वापस आई ये वाकया हो चुका सी। ਸ਼ੁਕਰੀਆ, ਤੁਸੀਂ ਹੁਣ ਜਾ ਸਕਦੇ ਹੋ। जी ਜੱਜ ਸਾਹਿਬ, ਕੁਲਤਾਰ ਸਿੰਘ ਨੇ ਜ਼ਬਰਦਸਤੀ ਕਰਨੈਲ ਸਿੰਘ ਤੋਂ ਅੰਗੂਠਾ ਲਵਾਉਣ ਦੀ ਕੋਸ਼ਿਸ਼ ਕੀਤੀ। ਕਰਨੈਲ ਸਿੰਘ ਤੇ ਕੁਲਤਾਰ ਸਿੰਘ ਦੀ ਹੱਥਾਪਾਈ ਹੋ ਗਈ, ਜਿਸ ਵਿੱਚ ਕੁਲਤਾਰ ਸਿੰਘ ਥੱਲੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਜੱਜ ਸਾਹਿਬ, ਇਸ ਵਿੱਚ ਕਿਤੇ ਵੀ ਇਹ ਸਾਬਿਤ ਨਹੀਂ ਹੁੰਦਾ
कि करनैल सिंह ने कुलतार सिंह ਦਾ ਕਤਲ ਕੀਤਾ ਹੈ, ਜਦਕਿ ਸੱਚਾਈ ਇਹ ਹੈ ਕਿ ਕੁਲਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਰਕੇ ਕਰਨੈਲ ਸਿੰਘ ਦੀ ਸਾਰੀ ਜ਼ਮੀਨ ਵਿਕ ਗਈ ਤੇ ਉਸਨੇ ਕਰਨੈਲ ਸਿੰਘ ਨੂੰ ਘਰੋਂ ਕੁੱਟ ਕੇ ਬਾਹਰ ਕੱਢ ਦਿੱਤਾ। ਜੱਸਾ, ਕਰਨੈਲ ਸਿੰਘ ਮਨਦੀਪ ਕੌਰ ਦੇ ਆਸ਼ਰਮ ਵਿੱਚ ਜ਼ਿੰਦਗੀ ਕੱਟ ਰਿਹਾ ਸੀ ਤੇ ਕਰਨੈਲ ਸਿੰਘ ਦੇ ਨਾਮ ਸਿਰਫ ਇੱਕ ਘਰ ਰਹਿ ਗਿਆ ਸੀ, ਜਿਸ ਨੂੰ ਵੇਚਣ ਲਈ ਕੁਲਤਾਰ ਸਿੰਘ ਜ਼ਬਰਦਸਤੀ ਕਰਨੈਲ ਸਿੰਘ ਦਾ ਅੰਗੂਠਾ ਲਗਾਉਣਾ ਚਾਹੁੰਦਾ ਸੀ। ਮੇਰੀ ਮਾਣਯੋਗ ਅਦਾਲਤ ਅੱਗੇ ਬੇਨਤੀ ਹੈ ਕਿ ਉਹ ਕੁਲਤਾਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੂੰ ਚੰਗੀ ਤਰ੍ਹਾਂ ਜਾਂਚਣ, ਕਿਉਂਕਿ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਸ ਦੀ ਮੌਤ ਡਿੱਗਣ ਕਰਕੇ ਨਹੀਂ ਬਲਕਿ ਉਹ ਮਰਨ ਕਰਕੇ ਡਿੱਗਿਆ ਤੇ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ, ਜੋ ਕਿ ਜ਼ਿਆਦਾ ਨਸ਼ੇ ਕਾਰਨ ਹੋਇਆ। ਜੱਸਾ, ਕਰਨੈਲ ਸਿੰਘ ਉਸ ਦੀ ਮੌਤ ਲਈ ਕਿਤੇ ਵੀ ਜ਼ਿੰਮੇਵਾਰ ਨਹੀਂ ਹੈ। ਦੈਟਸ ਆਲ ਮਾਈ ਲਵ। ਕੁਲਤਾਰ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਕੁਲਤਾਰ ਸਿੰਘ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ। ਸੋ ਇਹਨਾਂ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ ਕਰਨੈਲ ਸਿੰਘ ਨੂੰ ਬਾਇਜ਼ਤ ਬਰੀ ਕੀਤਾ ਜਾਂਦਾ ਹੈ। बाबा जी आओ चलिए, आश्रम च सब ਤੁਹਾਡਾ इंतजार कर रहे हैं। नहीं मनदीप, पहला आश्रम नहीं गुरुद्वारा साहब मत्था टेकन जाना है। गुरु साहिबान ने पहले केस विच फतेह बख्शी है, उन्होंने शुकराना करन जाना। ये तो बहुत वधिया गल है। बाबा जी आओ चलिए। ਭੈਣ, ਮੈਂ ਤੁਹਾਡੀ ਪਹਿਲੀ ਨੌ ਦੇਖੀ ਸੀ। ਕਿੱਥੇ ਵੇਖੀ ਸੀ? ਰਾਮਪੁਰ ਖੇੜੇ। ਹਰਪ੍ਰੀਤ, ਤੂੰ? मम्मा, तुसी जानते हो इन्हों? मम्मा, कौन ने? ये आप ही दसणगे ये कौन ने। ਪੁੱਤਰ, ਮੈਂ ਗੁਰੂ ਕਰ ਖਲੋ ਕੇ ਝੂਠ ਨਹੀਂ ਬੋਲਾਂਗਾ। ਮੈਂ ਤੁਹਾਡਾ ਉਹ ਬਦਕਿਸਮਤ ਬਾਪ ਹਾਂ ਜੋ ਤੁਹਾਨੂੰ ਧੋਖੇ 'ਚ ਹੀ ਮਾਰ ਦੇਣਾ ਚਾਹੁੰਦਾ ਸੀ। ਪਰ ਅਸ਼ਕੇ ਤੁਹਾਡੀ ਇਸ ਦੇਵੀ ਮਾਂ ਦੇ, ਜਿਸਨੇ ਮੈਨੂੰ ਵੀ ਪਾਪੀ ਬਣਨ ਤੋਂ ਰੋਕ ਲਿਆ ਤੇ ਤੁਹਾਨੂੰ ਦੁਨੀਆ ਵਿੱਚ ਲਿਆ ਕੇ ਇਸ ਕਾਬਲ ਬਣਾ ਦਿੱਤਾ ਕਿ ਹਰ ਕੋਈ ਤੁਹਾਡੇ ਤੇ ਮਾਣ ਕਰ ਸਕੇ। शायद मैं भी घबरा जाती जे ये बापू जी मेरे सिर ते हथ ना रख दे। ਹਰਪ੍ਰੀਤ, ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤਾ ਹੈ। ਉਸ ਅਕਾਲ ਪੁਰਖ ਨੇ ਮੈਨੂੰ ਵੀ ਸਜ਼ਾ ਬਹੁਤ ਵੱਡੀ ਦਿੱਤੀ ਹੈ। ਜਿਸ ਪੁੱਤਰ ਨੂੰ ਹਾਸਲ ਕਰਨ ਲਈ ਮੈਂ ਤੇਰੇ ਤੇ ਜ਼ੁਲਮ ਕਰਦਾ ਰਿਹਾ, ਉਹੀ ਪੁੱਤਰ ਮੇਰੇ ਤੇ ਜ਼ੁਲਮ ਕਰ ਗਿਆ। ਕਰਨੈਲ, ਬੀਬੀ, ਹਰਪ੍ਰੀਤ, ਬੀਬੀ ਇੱਧਰ ਵੇਖ, ਇਹ ਮੇਰੀਆਂ ਧੀਆਂ ਨੇ। ਜਦ ਪੁੱਤ ਨੇ ਮੈਨੂੰ ਘਰੋਂ ਦੁਰਕਾਰ ਦਿੱਤਾ ਤਾਂ ਮੇਰੀ ਇਸ ਧੀ ਨੇ ਮੈਨੂੰ ਸਹਾਰਾ ਦਿੱਤਾ। ਜਦ ਪੁੱਤ ਮੈਨੂੰ ਕਤਲ ਕੇਸ ਵਿੱਚ ਫਸਾ ਗਿਆ ਤਾਂ ਮੇਰੀ ਇਸ ਧੀ ਨੇ ਮੈਨੂੰ ਬਚਾਇਆ। ਇਹ ਸਭ ਹਰਪ੍ਰੀਤ ਦੀ ਮਿਹਨਤ ਸਦਕਾ ਹੈ। ਮੈਨੂੰ ਮਾਫ ਕਰ ਦੇਤੀ ਹੈ। नहीं
ਮਾਂ ਜੀ, ਪੈਰਾਂ ਨੂੰ ਹੱਥ ਲਾਉਣਾ ਤੁਹਾਡਾ ਨਹੀਂ, ਮੇਰਾ ਫਰਜ਼ ਹੈ। ਤੁਹਾਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋ ਗਿਆ। ਲੋਕ ਪਰਲੋਕ ਵਿੱਚ ਤੁਹਾਡੇ ਗੁਨਾਹ ਬਖਸ਼ੇ ਗਏ। ਧੀਓ, ਇਸ ਪਾਪਣ ਦਾਦੀ ਦੇ ਗੱਲ ਨਹੀਂ ਲੱਗੋਗੀਆਂ। ਦੁਨੀਆ ਵਾਲਿਓ, ਮੇਰੇ ਘਰ ਦੀ ਤਬਾਹੀ ਤੋਂ ਤੁਸੀਂ ਸਬਕ ਜ਼ਰੂਰ ਲੈਣਾ। ਧੀਆਂ ਪੁੱਤਰਾਂ ਨੂੰ ਇੱਕ ਬਰਾਬਰ ਜਾਣਨਾ, ਧੀਆਂ ਨੂੰ ਦਰਕਾਰੋ ਨਾ ਤੇ ਪੁੱਤਰਾਂ ਨੂੰ ਬੇਲੋੜੇ ਲਾਡ ਨਾ ਲੜਾਓ। ਜਿਸ ਦਿਨ ਮੇਰੇ ਕਰਨੈਲ ਨੇ ਪਹਿਲੀ ਗਲਤੀ ਕੀਤੀ ਸੀ, ਮੈਂ ਉਸੇ ਦਿਨ ਉਹਦੇ ਮੂੰਹ ਤੇ ਥੱਪੜ ਮਾਰਿਆ ਹੁੰਦਾ ਤਾਂ ਸ਼ਾਇਦ ਮੇਰਾ ਘਰ ਇਸ ਤਬਾਹੀ ਤੋਂ ਬਚ ਜਾਂਦਾ। ਪੰਜਾਬੀਓ, ਮੇਰੀ ਬੇਨਤੀ ਏ, ਅਣਜੰਮੀਆਂ ਦੇਵੀਆਂ ਨੂੰ ਨਾ ਮਾਰੋ। ਵਾਸਤਾ ਜੇ ਰੱਬ ਦਾ, ਆਪਾਂ ਅੰਧਕਾਰ ਵਿੱਚ ਭਟਕ ਰਹੇ ਹਾਂ। ਸਾਨੂੰ ਨਹੀਂ ਪਤਾ ਕਿ ਕਿੰਨਾ ਦੇਵੀਆਂ ਦੀ ਕੁੱਖੋਂ ਕਿੰਨਾ ਭਗਤਾਂ, ਸੂਰਮਿਆਂ ਤੇ ਦਾਤਿਆਂ ਨੇ ਜਨਮ ਲੈਣਾ ਏ। ਇਸ ਸੰਸਾਰ ਨੂੰ ਭਗਤਾਂ, ਸੂਰਮਿਆਂ, ਦਾਤਿਆਂ ਤੇ ਨੇਕ ਇਨਸਾਨਾਂ ਤੋਂ ਵਾਂਝਿਆ ਨਾ ਕਰੋ। ਇਹਨਾਂ ਅਣਜੰਮੀਆਂ ਦੇਵੀਆਂ ਨੂੰ ਨਾ ਮਾਰੋ। ਇਹਨਾਂ ਦੇਵੀਆਂ ਦੀ ਹੂਕ ਸੁਣੋ, ਜੋ ਕਹਿ ਰਹੀਆਂ ਨੇ, ਸਾਨੂੰ ਨਾ ਮਾਰੋ, ਸਾਨੂੰ ਨਾ ਮਾਰੋ, ਸਾਨੂੰ ਨਾ ਮਾਰੋ। ਸਾਡੀ